Good morning, students. So now let us start with your next topic of grammar, that is determiners, use of determiners. So first of all, where are the determiners placed in a sentence? So as you can read from the page only, point number 1, a determiner occurs immediately before a noun. So ਜਿਹੜਾ determiner ਹੁੰਦਾ ਕਿੱਥੇ ਆਉਂਦਾ ਕਿਸੇ ਵੀ sentence ਦੇ ਵਿੱਚ, it is placed immediately before a noun. ਕਿਸੇ ਵੀ sentence ਦੇ ਵਿੱਚ if a determiner is to be used ਤਾਂ ਕਿੱਥੇ use ਹੁੰਦਾ ਹੈ ਉਸ sentence ਦੇ ਵਿੱਚ ਜਿਹੜਾ noun ਹੁੰਦਾ ਹੈ ਉਹਦੇ ਵਿੱਚ. clear. next ਦੇਖੋ, they modify nouns, ਔਰ ਉਹ ਨਾਊਨਸ ਜਿਹੜੇ ਵੀ ਸੈਂਟੈਂਸ ਦੇ ਵਿੱਚ ਨਾਊਨ ਯੂਜ਼ ਜਿਹੜਾ ਕੀਤਾ ਹੁੰਦਾ ਉਹਦਾ ਮੀਨਿੰਗ ਹੀ ਬਦਲਦੇ ਹੈ. ਫੋਰ ਐਗਜ਼ਾਮਪਲ ਜਿੱਦਾਂ ਇਹਦੇ ਵਿੱਚ ਫਰਕ ਹੈ ਨਾ, ਦੇਖੋ ਦੇਅਰ ਵਰ ਬॉयਜ਼ ਇਨ ਦ ਕਲਾਸ ਐਂਡ ਦੇਅਰ ਵਰ ਸਮ ਬॉयਜ਼ ਇਨ ਦ ਕਲਾਸ. ਸੋ ਇਫ ਆਈ ਸੇ ਦੇਅਰ ਵਰ ਬॉयਜ਼ ਇਨ ਦ ਕਲਾਸ ਐਂਡ ਦੇਅਰ ਵਰ ਸਮ ਬॉयਜ਼, ਕਲੀਅਰ, ਸਭ ਫਰਕ ਹੈ, ਕੁਛ ਸੀਗੇ. ਸੋ ਦ ਮੀਨਿੰਗ ਇਜ਼ ਮੋਡੀਫਾਈਡ. Next point देखो, they determine precisely the meaning of the nouns with which they are used. So इस तरह दे नाले पूरा exact दसदे हैं उस noun बारे. When we use a determiner, then we give the precise meaning. Yes, exact meaning उदा दसदे हैं. So they determine precisely the meaning of the nouns with which they are used. For example, give me this book ਜਾਂ ਗਿਵ ਮੀ ਅ ਬੁੱਕ. ਸੋ ਹੁਣ ਜਦੋਂ ਮੈਂ ਦਿਸ ਬੁੱਕ ਕਹਿ ਦਿੱਤਾ ਤਾਂ ਮੈਂ ਜ਼ਿਆਦਾ ਪ੍ਰਿਸਾਈਜ਼ ਮੇਰਾ ਜੋ ਮੈਂ ਕਹਿਣਾ ਚਾਹੁੰਦੀ ਸੀਗੀ, ਕਲੀਅਰ, ਉਹ ਜ਼ਿਆਦਾ ਪ੍ਰਿਸਾਈਜ਼ ਹੋ ਗਿਆ, ਐਗਜ਼ੈਕਟ ਹੋ ਗਿਆ ਕਿ ਮੈਨੂੰ ਆਹ ਵਾਲੀ ਦਿਸ ਨਾਓ ਦਿਸ ਇਜ਼ ਅ ਡਿਟਰਮਿਨ. ਸੋ ਦੇ determine, they convey with the help of the determiners we can convey the exact meaning of the noun that has been used in the sentence. clear. ਹੁਣ ਤੁਸੀਂ ਦੇਖੋ ਇਹਨੂੰ ਅੱਗੇ ਹੈਗੇ types of determiners, classification of determiners. ਸੋ ਕਿਹੜੇ ਕਿਹੜੇ determiners ਹੁੰਦੇ? first of all demonstrative, clear, ਕਿ ਜਿਹੜੇ ਕੀ ਦੱਸਦੇ ਆ ਕਿ ਕਿਹੜੇ ਵਾਲੇ? demonstrative, this, that. ਸੋ ਜਿਹੜੀ ਚੀਜ਼ ਨੇੜੇ ਹੋਊਗੀ ਪੋਜੀਸ਼ਨ ਦੇ ਵਿੱਚ, ਡਿਸਟੈਂਸ ਦੇ ਵਿੱਚ, ਉਹਦੇ ਵਾਸਤੇ ਆਪਾਂ ਕੀ ਯੂਜ਼ ਕਰਦੇ ਹਾਂ? ਦਿਸ. ਆਈ ਵਾਂਟ ਦਿਸ ਬੁੱਕ. ਅਤੇ ਜਿਹੜੀ ਥੋੜ੍ਹੇ ਡਿਸਟੈਂਸ 'ਤੇ ਪਈ ਆ ਉਹਦੇ ਵਾਸਤੇ ਆਪਾਂ ਫਿਰ ਕੀ ਕਹਾਂਗੇ? ਆਈ ਵਾਂਟ ਦੈਟ ਬੁੱਕ. ਸੋ ਵਿਚ ਇਜ਼ ਦ ਡਿਟਰਮੀਨਰ, ਵਿਚ ਆਰ ਦ ਡਿਟਰਮੀਨਰਸ ਇਨ ਦੀਜ਼ ਟੂ ਸੈਂਟੈਂਸਿਸ, ਦਿਸ ਅਤੇ ਦੈਟ. ਅਤੇ ਬੁੱਕ ਕੀ ਹੈਗਾ? ਇਹਦੇ ਵਿੱਚ ਨਾਊਨ ਹੈਗਾ. ਇਸੇ ਤਰ੍ਹਾਂ ਦੇ ਨਾਲ ਦੀਜ਼ ਅਤੇ ਦੋਜ਼, ਜਿਹੜੀ ਚੀਜ਼ ਮੇਰੇ ਕੋਲ ਡਿਸਟੈਂਸ ਦੇ ਵਿੱਚ ਨੇੜੇ ਹੈਗੀ ਹੈ, ਕਲੀਅਰ, ਜਾਂ ਈਵਨ ਟਾਈਮ ਦੇ ਵਿੱਚ ਵੀ ਨੇੜੇ ਹੈ, ਉਹਦੇ ਵਾਸਤੇ ਮੈਂ ਫਿਰ ਕੀ ਯੂਜ਼ ਕਰੂੰਗੀ? ਦੀਜ਼, ਕਲੀਅਰ. ਅਤੇ ਜਿਹੜੀ ਚੀਜ਼ ਮੇਰੇ ਕੋਲ ਦੂਰ ਹੈਗੀ ਹੈ ਮੇਰੇ ਤੋਂ ਟਾਈਮ ਦੇ ਵਿੱਚ ਵੀ ਅਤੇ ਡਿਸਟੈਂਸ ਦੇ ਵਿੱਚ ਵੀ, ਉਹਦੇ ਵਾਸਤੇ ਆਈ ਵਿਲ ਯੂਜ਼ ਦੋਜ਼. ਕਲੀਅਰ. ਫੋਰ ਐਗਜ਼ਾਮਪਲ ਜਿਸ ਤਰ੍ਹਾਂ ਆਪਾਂ ਕਹਿੰਦੇ ਦੀਜ਼ ਡੇਜ਼, ਜਾਂ ਚਲੋ ਪਹਿਲਾਂ ਆਪਾਂ ਡਿਸਟੈਂਸ ਦੀ ਗੱਲ ਕਰੀਏ ਜਾਂ ਪੋਜੀਸ਼ਨ ਦੀ ਗੱਲ ਕਰੀਏ, ਆਈ ਵਾਂਟ ਦੀਜ਼ ਬੁੱਕਸ, ਨੇੜੇ ਪਈਆਂ ਅਤੇ ਮੈਂ ਉਹਨਾਂ ਵੱਲ ਇਸ਼ਾਰਾ ਕਰਕੇ ਕੀ ਕਹਿੰਦੀ ਹਾਂ? ਆਈ ਵਾਂਟ ਦੀਜ਼ ਬੁੱਕਸ. ਸੋ ਦੀਜ਼ ਇਹਦੇ ਵਿੱਚ ਡਿਟਰਮੀਨਰ ਹੈ. ਐਂਡ ਇਫ ਆਈ ਸੇ ਆਈ ਵਾਂਟ ਦੋਜ਼ ਬੁੱਕਸ, ਇਹਦਾ ਮਤਲਬ ਕੀ ਹੈ ਕਿ ਦੂਰ ਪਈਆਂ ਕਿਤਾਬਾਂ. ਇਸੇ ਤਰ੍ਹਾਂ ਦੇ ਨਾਲ ਟਾਈਮ ਦੇ ਵਿੱਚ ਵੀ, ਫੋਰ ਐਗਜ਼ਾਮਪਲ ਦੀਜ਼ ਡੇਜ਼ ਥਿੰਗਸ ਆਰ ਵੈਰੀ ਐਕਸਪੈਂਸਿਵ. ਸੋ ਇੱਥੇ ਦੀਜ਼ ਦਾ ਮਤਲਬ ਕੀ ਹੈਗਾ? ਕਿ ਇਹਨਾਂ ਦਿਨਾਂ ਦੇ ਵਿੱਚ. ਅਤੇ ਜਦੋਂ ਫਿਰ ਜੇ ਆਪਾਂ ਕਹੀਏ ਦੋਜ਼ ਡੇਜ਼ ਵਰ ਵੈਰੀ ਬਿਊਟੀਫੁਲ, ਤਾਂ ਕਲੀਅਰ ਕੀ ਹੋ ਜਾਊਗਾ ਕਿ ਅਸੀਂ ਪੁਰਾਣੇ ਦਿਨਾਂ ਦੀ ਗੱਲ ਕਰ ਰਹੇ ਹਾਂ. ਸੋ ਦੀਜ਼ ਅਤੇ ਦੋਜ਼. ਨੈਕਸਟ ਦੇਖੋ ਪੋਜੈਸਿਵਸ. ਸੋ ਕੁਛ ਡਿਟਰਮੀਨਰਸ, ਇੱਕ ਫਸਟ ਜਿਹੜੀ ਟਾਈਪ ਹੈ ਡਿਟਰਮੀਨਰਸ ਦੀ, ਉਹ ਕੀ ਹੈਗੀ? ਡਿਮੋਨਸਟ੍ਰੇਟਿਵ ਡਿਟਰਮੀਨਰਸ. ਔਰ ਨੈਕਸਟ ਕੀ ਹੈਗੀ ਹੈ? ਪੋਜੈਸਿਵ ਡਿਟਰਮੀਨਰਸ. ਸੋ ਪੋਜੈਸਿਵ ਡਿਟਰਮੀਨਰਸ ਕੀ ਦੱਸਦੇ ਹੈਗੇ? ਜਿਹੜੇ ਕਿ ਦੱਸਦੇ ਹੈ ਕਿ ਪੋਜੈਸ਼ਨ ਕਿਹਦੀ ਹੈ. ਫੋਰ ਐਗਜ਼ਾਮਪਲ ਮਾਈ ਬੁੱਕ, ਹਿਜ਼ ਬੁੱਕ. ਸੋ ਮਾਈ ਬੁੱਕ ਕੀ ਦੱਸਦਾ? ਕਿ ਮੇਰੀ ਕਿਤਾਬ ਹੈ, ਮੇਰੀ ਪੋਜੈਸ਼ਨ ਹੈ ਉਹਦੇ ਉੱਪਰ. ਹਿਜ਼ ਬੁੱਕ ਉਹਦੀ ਪੋਜੈਸ਼ਨ ਹੈ. ਮਾਈ ਫੈਮਿਲੀ, ਹਿਜ਼ ਫੈਮਿਲੀ, ਕਲੀਅਰ, ਕਿ ਕਿਹਨੂੰ ਉਹ ਚੀਜ਼ ਬਿਲੋਂਗ ਕਰਦੀ ਹੈ. ਇਸੇ ਤਰ੍ਹਾਂ ਨਾਲ ਮਾਈ, ਆਵਰ, ਯੋਰ, ਹਿਜ਼, ਹਰ, ਇਟਸ, ਦੇਅਰ ਅਤੇ ਵਨਸ. ਕਲੀਅਰ. ਸੋ ਇਹ ਇੱਦਾਂ ਦੇ ਵੀ ਕੁਝ ਸੈਂਟੈਂਸਿਸ ਆਉਣਗੇ ਜਿਹਦੇ ਵਿੱਚ ਕਿ
थोड़ा जिहा तुहानूं समझना पएगा। देखो माई, आवर, योर, हिज, हर, इट्स, देयर ते वंस, ये सारे ये वाले डिटर्मिनर्स की शो करते हैं कि किहदी आ वो चीज़। दैन डिटर्मिनर्स ऑफ क्वांटिटी, क्वांटिटी की हुंदा है? मात्रा। सो कुछ डिटर्मिनर्स है जिहड़े कि कदों वास्ते यूज़ होंदे है टू टेल द क्वांटिटी ऑफ अ पर्टिकुलर नाउन ऑफ अ पर्टिकुलर थिंग, मात्रा कितनी है। सो ये कि ये की आंदा है मच, मोर, सम, एनी, इनफ, इनफ का मतलब की होंदा काफ़ी, होल मीनस सारी दी सारी, लिटल, अ लिटल ते द लिटल। सो ये डिटर्मिनर्स है सारे। हुण तुसीं देखोगे कि लिटल मैं यूज़ किया होया, हुण लिटल इज़ अ डिटर्मिनर, ठीक है, जिहड़ा कि नाउन दे नाल यूज़ हुंदा है। फॉर एग्जाम्पल, देयर इज़ लिटल शुगर इन द जार। क्लियर? फिर मैं अगे अ लिटल क्यों लगा रही हाँ, तो फिर मैं द लिटल क्यों लगा रही हाँ। क्लियर? हुण मैं वैन लिटल इज़ अ डिटर्मिनर दैन वेयर इज़ द नीड टू यूज़ अ लिटल ते द लिटल। क्लियर? सो ये तुसीं की देखोगे कि जदों मैं लिटल दे अगे ए लगाया उहदा मीनिंग बदल गया। लिटल दा अपने आप च होर मीनिंग है, अ लिटल दा होर मीनिंग है ते द लिटल दा होर मीनिंग है। और ये तुसीं शायद पहलां कीता भी होवे। इफ़ आई से देयर इज़ लिटल शुगर इन द जार, ਇਹਦਾ मतलब की है कि चीनी ਦੇ 1-2 दाने पे है। क्लियर? सो ਜਦੋਂ ਮੈਨੂੰ ਸੈਂਟੈਂਸ ਦੇ ਵਿੱਚ ਜਦੋਂ ਮੈਂ डिटर्मिनर फिल करना होगा, ਹੁਣ ਤੁਹਾਨੂੰ ਇਦਾਂ ਹੀ ਆਣੇ ਨਾ, ਫਿਲ ਇਨ ਦ ਬਲੈਂਕਸ, ਫਿਲ ਇਨ ਦ ਸੂਟੇਬਲ डिटर्मिनर्स। सो ਤੁਸੀਂ ਕੀ ਦੇਖੋਗੇ ਕਿ ਕੀ ਇਹ ਸੈਂਟੈਂਸ ਕੀ ਕਨਵੇ ਕਰ ਰਿਹਾ ਹੈ। ਇਫ ਇਟ ਇਜ਼ ਕਨਵੇਇੰਗ दैट very little quantity was there। क्लियर? सो तुहानूं सेंटेंस पढ़ के ही समझ आ जानी है कि इफ आई वॉन्ट टू कन्वे दैट वेरी लिटल क्वांटिटी वॉज देयर। क्लियर? ये तुहानूं इफ वैन यू रीड द सेंटेंस एंड वैन यू अंडरस्टैंड इट फुली एंड वैन यू ट्राई टू इमेजिन द होल थिंग then you will come to know। So as I say many times in my class that you need imagination even while doing grammar also। ਹੁਣ ਦੇਖੋ ਇਹਨੂੰ लिटल, a little ਤੇ the little। so when I understand from the sentence ਕਿ ਜਿਹੜਾ ਇਹਦੇ ਵਿੱਚ ਕੀ ਕਨਵੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਥੋੜੀ ਬਹੁਤੀ ਸੀਗੀ, ਫਿਰ ਮੈਂ ਕੀ ਲਿਖੂੰਗੀ a little। क्लियर? फॉर एग्जाम्पल इफ आई जे सेंटेंस ਦੇ ਵਿੱਚ ਲਿਖਿਆ ਹੋਇਆ देयर इज़ डैश शुगर इन द जार फुल स्टॉप यू कैन टेक इट। सो ਜਦੋਂ ਜਿਹੜਾ ਇਹਦੇ ਵਿੱਚ ਲਿਖਿਆ ਹੋਇਆ ਨਾ ਯੂ ਕੈਨ ਟੇਕ ਇਟ, ਉਹ ਬਿਨਾਂ ਮਤਲਬ ਤੋਂ ਨਹੀਂ ਲਿਖਿਆ ਹੋਇਆ, ਉਹ ਤੁਹਾਨੂੰ ਕੀ ਦੱਸ ਰਿਹਾ ਹੈ ਕਿ ਤੁਸੀਂ ਉਹ ਲਿਜਾ ਸਕਦੇ ਹੋ। ਸੋ ਨੈਚੁਰਲੀ ਤੁਸੀਂ ਹੁਣ ਕਿਸੇ ਨੂੰ ਜੇ ਆਫਰ ਕਰ ਰਹੇ ਹੋ ਤਾਂ ਮਤਲਬ ਥੋੜੀ ਬਹੁਤੀ ਹੈਗੀ ਹੈ। ਕਲੀਅਰ? ਇਸ ਕਰਕੇ ਤੁਸੀਂ ਉਹਨੂੰ ਕਹਿ ਰਹੇ ਹੋ ਕਿ ਤੁਸੀਂ ਲਿਜਾ ਸਕਦੇ ਹੋ, ਇਹਦਾ ਮਤਲਬ ਕਿ ਕੰਮ ਆਉਣ ਵਾਲੀ ਹੈ। ਜੇ ਮੈਂ ਕਹਾਂ देयर इज़ लिटल शुगर ਤਾਂ ਐਵੇਂ 1-2 ਦਾਣੇ ਪਏ ਆ, ਉਹਦੇ ਕਿਸੇ ਦੇ ਕੰਮ ਨਹੀਂ ਆਣੇ। ਬਟ ਇਫ ਆਈ ਸੇ देयर इज़ अ लिटल शुगर इन द जार, ਕਲੀਅਰ? ਇਹਦਾ ਮਤਲਬ ਕੀ ਹੈ ਕਿ ਥੋੜੀ ਜਿਹੀ ਮਾਤਰਾ ਹੈਗੀ ਹੈ। ਸੋ ਤੁਹਾਨੂੰ ਕਿੱਦਾਂ ਪਤਾ ਲੱਗੇਗਾ ਕਿ ਲਿਟਲ ਤੇ ਅ ਲਿਟਲ। ਸੋ ਇਹ ਕਈ ਵਾਰੀ ਸੈਂਟੈਂਸ ਦੇ ਵਿੱਚ ਹਿੰਟ ਦਿੱਤਾ ਹੁੰਦਾ। ਫॉर एग्जाम्पल ਜੇ ਸੈਂਟੈਂਸ ਦੇ ਵਿੱਚ ਲਿਖਿਆ ਹੋਵੇ देयर इज़ डैश शुगर इन द जार ਤਾਂ ਲਿਟਲ ਨਾਲ ਕੰਮ ਚੱਲੇਗਾ। पर जे अगे ये भी लगाया हुआ है देयर इज़ डैश शुगर इन द जार यू कैन टेक इट, तो तुहानूं खुद समझ आ जाऊगी कि वह की कह रहा है अ लिटल, कि जिहड़ा तुसीं किसी नूं दे सकते हो तो वह काम भी बन सकता है। तो द लिटल का मतलब की हुंदा है जदों आपां सेंटेंस दे विच की यूज़ करना होवे कि है तो थोड़ी पर जिन्नी भी है वो कम आ गई। क्लीयर? द आई यूज्ड द लिटल शुगर दैट वॉज देयर इन द जार, ਇਹਦਾ मतलब की है कि सी तो थोड़ी पर जिन्नी भी सीगी मैं उन्होंने चाह बनाने लई यूज़ कर दिता। आई यूज़ द लिटल शुगर दैट वॉज देयर इन द आई यूज़ द लिटल शुगर इन द जार। इसी तरह ना हम देखो नैक्सट इज़ नैक्सट टाइप के डिटर्मिनर्स ऑफ नंबर। ਹੁਣ ਜਿਹੜੇ ਕਿ ਜਦੋਂ ਨੰਬਰ ਦਾ ਮਤਲਬ ਕੀ ਹੈ ਜਿਹੜੀਆਂ ਚੀਜ਼ਾਂ ਦੀ ਗਿਣਤੀ ਕੀਤੀ ਜਾ ਸਕੇ, ਦ ਥਿੰਗਸ ਦੈਟ ਕੈਨ ਬੀ ਕਾਊਂਟਡ। ਕਿ ਜਿਹੜੇ ਡਿਟਰਮੀਨਰਸ ਆਫ ਕੁਆਂਟਿਟੀ ਹੁੰਦਾ ਉਹਦੇ ਵਿੱਚ ਕਾਊਂਟਿੰਗ ਨਹੀਂ ਹੋ ਸਕਦੀ, ਉਹਦੇ ਵਿੱਚ ਮਾਪਿਆ ਜਾ ਸਕਦਾ ਚੀਜ਼। ਕਲੀਅਰ? ਬਟ ਵੈਨ ਦ ਥਿੰਗਸ ਦੈਟ ਕੈਨ ਬੀ ਕਾਊਂਟਡ ਫॉर दोज थिंग्स डिटर्मिनर्स ऑफ नंबर आर टू बी यूज्ड। फिर इत्थे क्या होगा 1 2 3 सम ऑल मैनी
a lot of, they both. ਹੁਣ ਆਹ ਵਾਲੇ determiners ਹੈ, ठीक है, 1 2 3 some, all, many, a lot of, they both. ਇਹ ਕੀ ਹੈ, ਇਹ ਚੀਜ਼ਾਂ ਕਾਊਂਟ ਹੋ ਸਕਦੀਆਂ ਨਾ ਬੇਟਾ, 1 2 3 4 5, ਇਹ ਸਾਰੀਆਂ ਕੀ ਹੈਗੀਆਂ, all these are determiners of number. ਹੁਣ ਨੈਕਸਟ ਹੈਗਾ, ਦੇਖੋ ਨੈਕਸਟ ਆਰਟੀਕਲਸ, ਸੌਰੀ ਡਿਟਰਮੀਨਰਸ ਦੀ ਨੈਕਸਟ ਟਾਈਪ ਕੀ ਹੈਗੀ ਹੈ, ਦੇਖੋ ਦ ਆਰਟੀਕਲਸ ਹੁਣ ਤਿੰਨ ਹੀ ਹੁੰਦੇ ਸਿਰਫ, ਏ, ਐਨ ਤੇ ਦ। ਸੋ ਇਹਨਾਂ ਵਿੱਚ ਇਨਡੈਫੀਨੇਟ ਆਰਟੀਕਲ ਕਿਹੜੇ ਹੁੰਦੇ, ਏ ਤੇ ਐਨ, ਤੇ ਡੈਫੀਨੇਟ ਆਰਟੀਕਲ ਕੀ ਹੁੰਦੇ, ਦ। ਸੋ ਏ ਤੇ ਐਨ ਤੇ ਦ, ਇਹ ਵੀ ਕੀ ਹੈ, ਇਹ ਡਿਟਰਮੀਨਰਸ ਹੈ। ਸੋ ਹੁਣ ਆਪਾਂ ਡਿਟਰਮੀਨਰਸ ਕੀਤੇ ਹੈ, and I hope that they are clear. ਹੁਣ ਤੁਸੀਂ ਦੇਖੋ ਕਿ ਕੁਛ ਆਪਾਂ ਐਗਜ਼ਾਮਪਲਸ ਕਰਾਂਗੇ ਡਿਮੋਨਸਟ੍ਰੇਟਿਵ ਡਿਟਰਮੀਨਰਸ ਦੀਆਂ। ਦੇਖੋ ਸੋ ਡਿਮੋਨਸਟ੍ਰੇਟਿਵ ਡਿਟਰਮੀਨਰਸ ਕਿਹੜੇ ਸੀਗੇ, ਜਿਹੜੇ ਕਿ ਕੀ ਦੱਸਦੇ ਹੈ, ਕਿ ਇਸ਼ਾਰਾ ਕਰਦੇ ਹੈ ਕਿ ਇੱਥੇ ਚੀਜ਼ ਹੈ ਕਿ ਉੱਥੇ ਚੀਜ਼ ਹੈ। ਠੀਕ ਹੈ, ਸੋ ਫਸਟ ਦੇਖੋ ਡਿਮੋਨਸਟ੍ਰੇਟਿਵ ਡਿਟਰਮੀਨਰਸ ਵਿੱਚ ਕੀ ਆਊਗਾ, ਦਿਸ ਪੈਨ ਇਜ਼ ਮਾਈਨ। ਸੋ ਦਿਸ ਇਜ਼ ਦ ਡਿਟਰਮੀਨਰ ਹੀਅਰ। ਇਹ ਵਾਲਾ ਪੈਨ ਜਿਹੜਾ ਨੇੜੇ ਹੈ ਨਾ ਮੇਰੇ ਤੋਂ, ਇਹ ਪੈਨ ਮੇਰਾ ਹੈ। ਠੀਕ ਹੈ, ਸੋ ਜੇ ਦੂਰ ਵਾਲਾ ਦੱਸਣਾ ਹੋਗਾ ਫਿਰ ਕੀ ਆਏਗਾ, ਦੈਟ। ਇਸੇ ਤਰ੍ਹਾਂ ਨੈਕਸਟ ਦੇਖੋ, ਦੀਜ਼ ਬॉयਜ਼ ਕਮ ਫਰੋਮ ਦ ਸਿਟੀ। ਸੋ ਜਦੋਂ ਮੈਂ ਦੀਜ਼ ਯੂਜ਼ ਕਰੂੰਗੀ ਇਹਦਾ ਮਤਲਬ ਮੈਂ ਕੀ ਕਹਿ ਰਹੀ ਹਾਂ, ਕਿ ਉਹ ਨੇੜੇ ਬੈਠੇ ਹੋਏ ਹੈ, ਤਾਂ ਮੈਂ ਕੀ ਯੂਜ਼ ਕੀਤਾ, these boys come from the city. that plant is dying, ਇਹਦਾ ਮਤਲਬ ਥੋੜੀ ਡਿਸਟੈਂਸ ਤੇ ਉਹ ਵਾਲਾ ਪੌਦਾ ਤੇ ਉਹ ਸੁੱਕ ਰਿਹਾ ਜਾਂ ਮਰ ਰਿਹਾ। ਸੋ ਜਦ that ਯੂਜ਼ ਕੀਤਾ ਤਾਂ ਮਤਲਬ ਇਹ ਬਣਦਾ। ਨੈਕਸਟ ਦੇਖੋ, those buildings are new। ਨਾਓ those ਕੀ ਹੈਗਾ, ਦੂਰ ਵਾਲੀ ਬਿਲਡਿੰਗ, ਕਲੀਅਰ, ਇਸ਼ਾਰਾ ਕਰ ਰਹੇ, those buildings are new, ਉਹ ਵਾਲੀਆਂ ਬਿਲਡਿੰਗਸ ਨਵੀਆਂ। ਨਾਓ ਨੈਕਸਟ ਆਪਾਂ ਕਿਹੜੇ ਕੀਤੇ ਸੀਗੇ, ਪੋਜੈਸਿਵ ਡਿਟਰਮੀਨਰਸ, ਇਹੀ ਕੀਤੇ ਸੀ ਨਾ। ਨੈਕਸਟ ਦੇਖੋ ਪੋਜੈਸਿਵ ਡਿਟਰਮੀਨਰਸ, ਪਹਿਲੇ ਆਪਾਂ ਕਿਹੜੇ ਕੀਤੇ ਸੀ, ਡਿਮੋਨਸਟ੍ਰੇਟਿਵ, ਦੂਸਰੇ ਆਪਾਂ ਕਿਹੜੇ ਕੀਤੇ ਸੀ, ਪੋਜੈਸਿਵ। ਕਲੀਅਰ। ਹੁਣ ਪੋਜੈਸਿਵ ਡਿਟਰਮੀਨਰਸ ਕਿਹੜੇ ਕਿਹੜੇ ਸੀਗੇ, ਦੇਖੋ ਮਾਈ, ਆਵਰ, ਯੋਰ, ਹਿਜ਼, ਹਰ, ਇਟਸ, ਦੇਅਰ ਤੇ ਵਨਸ। ਹੁਣ ਇਹਨਾਂ ਦੇ ਸੈਂਟੈਂਸਿਸ ਦੀਆਂ ਐਗਜ਼ਾਮਪਲਸ ਦੇਖੋ, ਪੋਜੈਸਿਵ ਡਿਟਰਮੀਨਰਸ। ਫਸਟ ਦੇਖੋ, one must keep one's promises. Clear? Now one's promises is the noun here, ਤੇ one's ਕੀ ਹੈਗਾ, one's a determiner ਹੈ। ਇਸੇ ਤਰ੍ਹਾਂ she is proud of her beauty. His father is a doctor. Their children go to school daily. Okay, so all these are possessive determiners. ਹੁਣ ਇਹਦੇ ਵਿੱਚ ਧਿਆਨ ਕੀ ਰੱਖਣਾ ਹੈ ਕਿ ਕਿੱਦਾਂ ਇਹਨਾਂ ਨੂੰ ਫਿਲ ਕਰਨਾ ਹੈ। ਫੋਰ ਐਗਜ਼ਾਮਪਲ ਜੇ ਇੱਥੇ ਹੁੰਦਾ ਹੀ ਮਸਟ ਕੀਪ, ਫਿਰ ਇੱਥੇ ਕੀ ਆਉਣਾ ਸੀ, ਹਿਜ਼ ਪ੍ਰੋਮਿਸਿਸ। ਜੇ ਇੱਥੇ ਹੁੰਦਾ ਆਈ ਮਸਟ ਕੀਪ, ਫਿਰ ਕੀ ਆਉਣਾ ਸੀ, ਮਾਈ ਪ੍ਰੋਮਿਸਿਸ। ਸੋ ਬਹੁਤ ਵਾਰੀ ਅਸੀਂ ਕੀ ਗਲਤੀ ਕਰਦੇ ਹਾਂ ਕਿ ਅਸੀਂ ਇਹ ਇੱਥੇ ਲਿਖਿਆ ਹੁੰਦਾ ਵਨ ਅਤੇ ਅਸੀਂ ਇੱਥੇ ਕੀ ਲਿਖ ਦਿੰਦੇ ਹਾਂ, ਯੋਰ। ਦੈਟ ਵਿਲ ਬੀ ਰੋਂਗ। ਜੇ ਇੱਥੇ ਹੁੰਦਾ ਯੂ ਮਸਟ ਕੀਪ, ਫਿਰ ਕੀ ਆਉਣਾ ਸੀ, ਯੋਰ ਪ੍ਰੋਮਿਸਿਸ। ਸੋ ਬਹੁਤ ਵਾਰੀ ਸਟੂਡੈਂਟਸ ਇਹ ਗਲਤੀ ਕਰਦੇ ਆ, ਇੱਥੇ ਲਿਖਿਆ ਹੁੰਦਾ ਸ਼ੀ ਮਸਟ ਕੀਪ ਅਤੇ ਉੱਥੇ ਲਿਖ ਦਿੰਦੇ ਹਿਜ਼ ਪ੍ਰੋਮਿਸਿਸ। ਇਹ ਸੋ ਇਹ ਇੱਦਾਂ ਦੀ ਚੀਜ਼ ਅਵੋਇਡ ਕਰੋ, ਪੂਰੀ ਗਲਤ ਹੋ ਜਾਏਗੀ। ਅਦਰਵਾਈਜ਼ ਦੇ ਆਰ ਸੋ ਈਜ਼ੀ ਐਂਡ ਸੋ ਸਕੋਰਿੰਗ, ਪਰ ਆਪਾਂ ਕਈ ਵਾਰੀ ਕੇਅਰਲੈਸਲੀ ਆਪਾਂ ਗੱਲ ਕਰਦੇ ਹਾਂ। ਸੋ ਇੱਥੇ ਜੇ ਹੋਵੇ ਯੂ ਮਸਟ ਕੀਪ ਤਾਂ ਇੱਥੇ ਫਿਰ ਕੀ ਆਊਗਾ, ਯੋਰ। ਵਨ ਹੈਗਾ ਤਾਂ ਕੀ ਆਊਗਾ, ਵਨਸ। ਨੈਕਸਟ ਦੇਖੋ, ਸ਼ੀ ਇਜ਼ ਪ੍ਰਾਊਡ ਆਫ ਹਰ ਬਿਊਟੀ। ਸੋ ਕਈ ਵਾਰੀ ਸਟੂਡੈਂਟਸ ਕੀ ਲਿਖ ਦਿੰਦੇ, ਸ਼ੀ ਇਜ਼ ਪ੍ਰਾਊਡ ਆਫ ਹਿਜ਼ ਬਿਊਟੀ। ਸੋ ਉਹਦੀ ਕੀ ਗੱਲ ਬਣੀ, ਜਦੋਂ ਕਿ ਉਹ ਕੀ ਕਹਿ ਰਹੀ ਹੈ, ਸ਼ੀ ਇਜ਼ ਪ੍ਰਾਊਡ ਆਫ ਹਰ ਬਿਊਟੀ। ਉਹ ਆਪਣੀ ਸੁੰਦਰਤਾ ਦਾ ਉਹਨੂੰ ਕਮਾਂਡ ਹੈ, ਸ਼ੀ ਇਜ਼ ਪ੍ਰਾਊਡ ਆਫ ਹਰ ਬਿਊਟੀ। ਨੈਕਸਟ ਇਜ਼ ਹਿਜ਼ ਫਾਦਰ ਇਜ਼ ਅ ਡਾਕਟਰ। ਇਸੇ ਤਰ੍ਹਾਂ ਨਾਲ ਦੇਅਰ ਚਿਲਡਰਨ, ਔਰ ਸਪੈਲਿੰਗਸ ਵੀ ਇਹਦੇ ਯਾਦ ਦੇਖੋ, THEIR, ਦੇਅਰ ਚਿਲਡਰਨ ਗੋ ਟੂ ਸਕੂਲ ਡੇਲੀ। ਨੈਕਸਟ ਦੇਖੋ, ਡਿਟਰਮੀਨਰਸ ਆਫ ਕੁਆਂਟਿਟੀ। ਕੁਆਂਟਿਟੀ ਕੀ ਸੀਗੀ, ਮਾਤਰਾ। ਸੋ ਦੇਅਰ ਆਰ ਨਾਟ ਮੈਨੀ ਸਟੂਡੈਂਟਸ ਇਨ ਦ ਕਲਾਸ। ਮੈਨੀ ਵੀ ਆ ਸਕਦਾ ਅਤੇ ਐਨੀ ਜਿਹੜਾ ਇੱਥੇ ਭਰਿਆ ਹੋਇਆ, ਦੇਅਰ ਆਰ ਨਾਟ ਐਨੀ ਸਟੂਡੈਂਟਸ ਇਨ ਦ ਕਲਾਸ। ਆਈ ਆਸਕਡ ਫॉर ਸਮ oranges, but he did not have any.
ਸੋ ਜਿੱਥੇ ਨੈਗੇਟਿਵ ਹੋਵੇ ਉੱਥੇ ਤਕਰੀਬਨ ਐਨੀ ਆਉਂਦਾ। ਗੋ ਐਂਡ ਗੈਟ ਸਮ ਸ਼ੂਗਰ। ਨੈਕਸਟ ਦੇਖੋ, ਡਿਡ ਯੂ ਸੀ ਐਨੀ ਐਲੀਫੈਂਟਸ ਇਨ ਦ ਫੋਰੈਸਟ। ਸੋ ਡਿਡ ਯੂ ਸੀ, ਸੋ ਐਲੀਫੈਂਟਸ ਇਹਦੇ ਵਿੱਚ ਕੀ ਹੈਗਾ, ਨਾਊਨ ਹੈ, ਅਤੇ ਐਨੀ ਕੀ ਹੈ, ਐਨੀ ਡਿਟਰਮੀਨਰ ਹੈ ਇਹਦੇ ਵਿੱਚ। ਇਸੇ ਤਰ੍ਹਾਂ ਨੈਕਸਟ ਦੇਖੋ, ਡਿਟਰਮੀਨਰਸ ਆਫ ਨੰਬਰਸ। ਸੋ ਡਿਟਰਮੀਨਰਸ ਆਫ ਨੰਬਰਸ ਕਿਹੜੇ ਸੀਗੇ, ਜਿਹੜੇ ਕਿ ਅਸੀਂ ਚੀਜ਼ਾਂ ਕਾਊਂਟ ਕਰ ਸਕਦੇ ਹਾਂ। ਦੋਜ਼ ਆਰ ਕਾਲਡ ਡਿਟਰਮੀਨਰਸ ਆਫ ਨੰਬਰਸ। ਸੋ ਇੱਥੇ ਆਈ ਹੈਵ ਅ ਫਿਊ ਫਰੈਂਡਸ, ਇਹ ਹੋ ਗਿਆ। ਹੀ ਏਟ ਦ ਫਿਊ ਐਪਲਸ ਦੈਟ ਹੀ ਹੈਡ। ਸੋ ਫਿਊ, ਅ ਫਿਊ ਅਤੇ ਦ ਫਿਊ ਦਾ ਵੀ ਉਹੀ ਹਿਸਾਬ ਹੈ। ਫਿਊ ਕਦੋਂ ਆਪਾਂ ਯੂਜ਼ ਕਰਦੇ ਹਾਂ, ਜਦੋਂ ਕਿ ਆਪਾਂ ਕਹਿੰਦੇ ਨਾ ਦੇ ਬਰਾਬਰ, ਐਵੇਂ ਬਿਲਕੁਲ ਵੀ ਨਹੀਂ, ਕੁਛ ਵੀ ਨਹੀਂ, ਉਦੋਂ ਆਪਾਂ ਫਿਊ ਯੂਜ਼ ਕਰਦੇ ਹਾਂ। ਅ ਫਿਊ ਦਾ ਮਤਲਬ ਕੀ ਹੈ ਕਿ ਹੈ ਤਾਂ ਥੋੜ੍ਹੇ ਪਰ ਹੈ ਸਹੀ। ਅਤੇ ਦ ਫਿਊ ਆਪਾਂ ਕਦੋਂ ਯੂਜ਼ ਕਰਦੇ ਹਾਂ, ਜਦੋਂ ਆਪਾਂ ਇਹ ਕਨਵੇ ਕਰਨਾ ਹੋਵੇ ਕਿ ਹੈ ਤਾਂ ਥੋੜ੍ਹੇ ਸੀ ਪਰ ਜਿੰਨੇ ਵੀ ਸੀਗੇ ਉਹ ਕਿਸੇ ਕੰਮ ਦੇ ਵਿੱਚ ਲੱਗ ਗਏ। ਜਿੱਦਾਂ ਕਿ ਹੀ ਏਟ ਦ ਫਿਊ ਐਪਲਸ ਦੈਟ ਹੀ ਹੈਡ, ਉਹਦੇ ਕੋਲ ਥੋੜ੍ਹੇ ਸੀਗੇ ਔਰ ਉਹਨੇ ਸਾਰੇ ਖਾ ਲਏ। ਨੈਕਸਟ, ਹੀ ਹੈਜ਼ ਫਿਊ ਐਨੀਮੀਜ਼, ਉਹਦੇ ਨਾ ਦੇ ਬਰਾਬਰ ਦੁਸ਼ਮਣ ਹੈ। ਜੇ ਮੈਂ ਇੱਥੇ ਲਗਾ ਦੇਵਾਂ ਹੀ ਹੈਜ਼ ਅ ਫਿਊ ਐਨੀਮੀਜ਼ ਦਾ ਮਤਲਬ ਕੀ ਹੈ ਕਿ ਹੈਗੇ ਆ ਉਹਦੇ ਦੁਸ਼ਮਣ। ਨੈਕਸਟ ਦੇਖੋ, ਲੋਟ ਆਫ ਪੀਪਲ ਗੋ ਵਿਦਆਊਟ ਫੂਡ ਇਨ ਇੰਡੀਆ, ਕਿ ਬਹੁਤ ਸਾਰੇ ਲੋਕ ਖਾਣੇ ਤੋਂ ਬਿਨਾਂ ਹੀ ਜਾਂਦੇ ਆ। ਹੁਣ ਆਪਾਂ ਕਿੰਨੇ ਡਿਸਕਸ ਕਰ ਲਏ, ਕਿੰਨੇ ਟਾਈਪਸ ਦੀਆਂ ਮੈਂ ਤੁਹਾਨੂੰ ਐਗਜ਼ਾਮਪਲਸ ਦੇ ਦਿੱਤੀਆਂ। ਕਿੰਨੀਆਂ ਸੀਗੀਆਂ ਟੋਟਲ, ਕਿੰਨੇ ਟਾਈਪਸ ਸੀਗੀਆਂ ਡਿਟਰਮੀਨਰਸ ਦੀਆਂ। ਪਹਿਲਾ ਕੀ ਸੀਗਾ, ਡਿਮੋਨਸਟ੍ਰੇਟਿਵ। ਦੂਜਾ ਕੀ ਸੀਗਾ, ਪੋਜੈਸਿਵ। ਤੀਜਾ ਕੀ ਸੀਗਾ, ਡਿਟਰਮੀਨਰਸ ਆਫ ਕੁਆਂਟਿਟੀ ਅਤੇ ਡਿਟਰਮੀਨਰਸ ਆਫ ਨੰਬਰ। ਸੋ ਮੈਂ ਤੁਹਾਨੂੰ ਸਾਰੀਆਂ ਐਗਜ਼ਾਮਪਲਸ ਨਾਲ ਸਮਝਾ ਦਿੱਤੇ, ਕਿੰਨੇ ਵਿੱਚੋਂ ਦੀ, 4। First 4 I have explained: demonstrative, possessive, determiners of quantity, determiners of number. These I have explained. Clear? ਰਹਿ ਕਿਹੜਾ ਗਿਆ, articles. So articles ਵਾਸਤੇ ਆਪਾਂ ਇੱਕ ਪੂਰਾ we will devote one full lecture to articles, ਕਿਉਂਕਿ ਇਹਨਾਂ ਨੂੰ ਸਮਝਣ ਦੀ ਜ਼ਿਆਦਾ ਜ਼ਰੂਰਤ ਹੈ। ਬਾਕੀਆਂ ਨੂੰ ਵੀ ਹੈਗੀ ਹੈ but they are easier to understand. Yes, now I hope this much is clear. So demonstratives, possessives, determiners of quantity, the determiners of number. So now so I will do the rest in my next lecture, and I hope you have understood this. So now I make an end here.